वेलकम इन दी क्लास। आई एम बबलजीत कौर। अज अपना 10th क्लास साइंस चैप्टर 12 इलैक्ट्रिसिटी ਆਪਾਂ ਇਹਦੇ ਵਿੱਚ ਸਮਝਾਂਗੇ। 12ਵਾਂ ਲੈਸਨ ਬਿਜਲੀ। ਹੁਣ ਆਪਣੇ ਕੋਲ ਕੀ ਆਪਾਂ ਡੇਲੀ ਲਾਈਫ ਦੇ ਵਿੱਚ ਕਿੱਥੇ ਯੂਜ਼ ਕਰਦੇ ਹਾਂ ਕਿ ਬਿਜਲੀ ਦੇ ਬਿਨਾ ਅੱਜ ਕੱਲ੍ਹ ਆਪਣਾ ਕੋਈ ਵੀ ਕੰਮ ਪੋਸੀਬਲ ਨਹੀਂ ਹੈਗਾ। ਜੇ ਇਲੈਕਟ੍ਰਿਸਿਟੀ ਹੋਊਗੀ ਨਹੀਂ ਤਾਂ ਆਪਣੇ ਬਹੁਤ ਜ਼ਿਆਦਾ ਕੰਮ ਰੁਕ ਜਾਂਦੇ ਆ। ਹੁਣ ਆਪਾਂ ਦੇਖਦੇ ਹਾਂ ਕਿ ਜੇ ਥੋੜ੍ਹੇ ਟਾਈਮ ਦੇ ਲਈ ਵੀ ਘਰ ਦੇ ਵਿੱਚ ਆਪਣੀ ਲਾਈਟ ਬੰਦ ਹੋ ਜਾਂਦੀ ਆ ਤਾਂ ਆਪਣੇ ਲਈ ਕੰਮ ਕਰਨਾ ਔਖਾ ਹੋ ਜਾਂਦਾ। ਆਪਾਂ ਪੂਰੀ ਤਰ੍ਹਾਂ ਡਿਪੈਂਡੈਂਟ ਹੋ ਚੁੱਕੇ ਹਾਂ ਇਲੈਕਟ੍ਰਿਸਿਟੀ ਦੇ ਉੱਪਰ। ਆਪਾਂ ਘਰਾਂ ਦੇ ਵਿੱਚ ਕਿੰਨੇ ਅਪਲਾਇੰਸ ਨੇ ਜਿਹੜੇ ਇਲੈਕਟ੍ਰਿਸਿਟੀ ਦੀ ਹੈਲਪ ਦੇ ਨਾਲ ਹੀ ਚਲਾਉਂਦੇ ਹਾਂ। ਫਿਰ ਆਪਾਂ ਫੈਕਟਰੀਜ਼ ਦੇਖਦੇ ਹਾਂ, ਘਰਾਂ ਦੇ ਵਿੱਚ ਸਕੂਲ ਨੇ, ਹੌਸਪੀਟਲਸ ਨੇ, ਸਭ ਦੇ ਵਿੱਚ ਇਲੈਕਟ੍ਰਿਸਿਟੀ ਕੀ ਆ ਆਪਾਂ ਯੂਜ਼ ਕਰਦੇ ਹਾਂ। ਹੁਣ ਆਪਾਂ ਇਹਦੇ ਵਿੱਚ ਇਹ ਦੇਖਣਾ ਇਸ ਚੈਪਟਰ ਦੇ ਵਿੱਚ ਕਿ ਕਿਹੜੇ ਕਾਰਨ ਆ ਜਿਨ੍ਹਾਂ ਦੇ ਕਾਰਨ ਕਿਸੇ ਵੀ ਸਰਕਟ ਦੇ ਵਿੱਚ ਜਿਹੜੀ ਬਿਜਲੀ ਦੀ ਧਾਰਾ ਉਹ ਚੇਂਜ ਹੁੰਦੀ ਆ ਜਾਂ ਕਿਵੇਂ ਪਾਸ ਕਰਦੀ ਆ, ਕੀ ਰੀਜ਼ਨ ਨੇ ਉਹਨਾਂ ਦੇ। ਸਭ ਤੋਂ ਪਹਿਲਾਂ ਆਪਣੇ ਕੋਲ ਹੈ ਬਿਜਲੀ ਧਾਰਾ ਅਤੇ ਸਰਕਟ। ਆਪਾਂ ਹਵਾ ਦੀ ਧਾਰਾ ਦੇਖਦੇ ਕਿ ਹਵਾ ਕਿੱਧਰ ਨੂੰ ਚੱਲ ਰਹੀ ਹੈ, ਕਿਹੜੀ ਦਿਸ਼ਾ ਹੈ, ਕਿੱਧਰ ਨੂੰ ਤੇਜ਼ ਜਾਂਦੀ ਆ। ਪਾਣੀ ਦੀ ਧਾਰਾ ਤੋਂ ਵੀ ਆਪਾਂ ਨੂੰ ਜਾਣੂ ਆ ਕਿ ਉਹਦੇ ਬਾਰੇ ਪੜ੍ਹਿਆ ਹੋਇਆ ਕਿ ਜੇ ਵਗਦਾ ਹੋਇਆ ਪਾਣੀ ਆ ਤਾਂ ਉਹਦੇ ਵਿੱਚ ਕੀ ਆ, ਨਦੀਆਂ ਦੇ ਵਿੱਚ ਫਿਰ ਪਾਣੀ ਦੀ ਧਾਰਾ ਬਣ ਜਾਂਦੀ ਆ। ਇਸੇ ਕਰਕੇ ਹੁਣ ਬਿਜਲੀ ਚਾਰਜ ਕਿ ਜਿਹੜਾ ਆਪਾਂ ਨੂੰ ਚਾਲਕ ਦਿੱਤਾ ਹੋਇਆ, ਕੋਈ ਵੀ ਕੰਡਕਟਰ ਦਿੱਤਾ, ਕੋਈ ਧਾਤ ਦਿੱਤੀ ਹੋਈ ਹੈ ਜਿਹਦੇ ਵਿੱਚੋਂ ਆਪਾਂ ਇਲੈਕਟ੍ਰਿਸਿਟੀ ਨੂੰ ਪਾਸ ਕਰਵਾਉਣਾ। ਹੁਣ ਉਹ ਕੀ ਆ ਕਿ ਜੇ ਬਿਜਲੀ ਚਾਰਜ ਪਾਸ ਹੋਊਗਾ ਤਾਂ ਆਪਾਂ ਕਹਿੰਦੇ ਆ ਕਿ ਇਹਦੇ ਵਿੱਚ ਕੀ ਹੈ, ਬਿਜਲੀ ਧਾਰਾ ਹੈ ਕਿ ਲਾਈਟ ਪਾਸ ਹੋ ਰਹੀ ਹੈ, ਇਲੈਕਟ੍ਰਿਸਿਟੀ ਪਾਸ ਹੋ ਰਹੀ ਹੈ। ਇਹਦੇ ਵਿੱਚੋਂ ਮੇਨਲੀ ਆਪਾਂ ਇਲੈਕਟ੍ਰਿਸਿਟੀ ਨੂੰ ਯੂਜ਼ਲੀ ਆਪਾਂ ਕਹਿ ਦਿੰਦੇ ਕਿ ਆਪਣੇ ਕੋਲ ਲਾਈਟ ਚਲੀ ਗਈ, ਲਾਈਟ ਆ ਗਈ, ਬਟ ਉਹ ਹੈਗੀ ਕਿ ਆਪਣੇ ਕੋਲ ਇਲੈਕਟ੍ਰਿਸਿਟੀ ਆ, ਬਿਜਲੀ ਆ। ਤੁਹਾਨੂੰ ਇਸੇ ਕਰਕੇ ਦੇਖੋ ਆਪਾਂ ਇਹਦੇ ਵਿੱਚ ਦੇਖਦੇ ਹਾਂ ਕਿ ਜੇ ਆਪਾਂ ਕਿਸੇ ਵੀ ਟਾਰਚ ਦੇ ਵਿੱਚ ਸੈੱਲ ਨੇ ਜਾਂ ਕੋਈ ਬੈਟਰੀ ਆ, ਉਹ ਆਪਾਂ ਕਿਸੇ ਕ੍ਰਮ ਦੇ ਵਿੱਚ ਰੱਖੇ ਹੋਇਆ ਕਿ ਇੱਕ ਆਰਡਰ ਆ ਆਪਾਂ ਉਹਨਾਂ ਨੂੰ ਕਿਵੇਂ ਟਿਕਾਉਣਾ ਹੈ, ਤਾਂ ਟਾਰਚ ਕੀ ਕਰਦੀ ਹੈ, ਫਿਰ ਬਲਬ ਨੂੰ ਦੀਪਤ ਕਰਦੀ ਹੈ। ਮਤਲਬ ਬਲਬ ਜਿਹੜਾ ਟਾਰਚ ਦੇ ਵਿੱਚ ਲੱਗਿਆ ਹੋਇਆ ਉਹ ਜਗਣਾ ਸ਼ੁਰੂ ਕਰ ਦਿੰਦਾ। ਉਹ ਕਿਉਂ ਜਗੂਗਾ? ਕਿਉਂਕਿ ਉਹਦੇ ਵਿੱਚ ਚਾਰਜ ਨੇ ਪਾਸ ਕਰਨਾ ਸ਼ੁਰੂ ਕਰ ਦੇਣਾ ਇੱਕ ਤੋਂ ਦੂਜੀ ਜਗ੍ਹਾ ਦੇ ਉੱਪਰ। ਤਾਂ ਇਸ ਕਰਕੇ ਫਿਰ ਆਪਾਂ ਨੂੰ ਕੀ ਆ, ਉਹਦੇ ਵਿੱਚ ਬਿਜਲੀ ਧਾਰਾ ਨੂੰ ਉਹ ਪਾਸ ਕਰਵਾਉਣਗੇ ਜਾਂ ਚਾਰਜ ਨੂੰ ਇੱਕ ਤੋਂ ਦੂਜੀ ਜਗ੍ਹਾ ਤੱਕ ਲੈ ਕੇ ਜਾਣਗੇ। ਤਾਂ ਟਾਰਚ ਨੇ ਕਦੋਂ ਪ੍ਰਕਾਸ਼ ਦੇਣਾ, ਕਦੋਂ ਔਨ ਹੁੰਦੀ ਆ ਉਹ? ਜਦੋਂ ਆਪਾਂ ਸਵਿੱਚ ਨੂੰ ਔਨ ਕਰਦੇ ਹਾਂ। ਜਿਹੜੀ ਉਹਦੇ ਉੱਪਰ ਸਵਿੱਚ ਲੱਗੀ ਹੁੰਦੀ ਆ ਉਹਨੂੰ ਔਨ ਕਰਨਾ ਪੈਂਦਾ। ਇਹ ਨਹੀਂ ਹੈਗਾ ਕਿ ਸਵਿੱਚ ਨੂੰ ਆਪਾਂ ਆਫ ਕਰੀ ਰੱਖੀਏ ਅਤੇ ਟਾਰਚ ਆਪਣੇ ਕੋਲ ਜਗ ਜੂਗੀ, ਇੱਦਾਂ ਨਹੀਂ ਹੋ। ਤਾਂ ਸਵਿੱਚ ਕੀ ਕੰਮ ਕਰਦੀ ਹੈ? ਸਵਿੱਚ ਸੈੱਲ ਅਤੇ ਬਲਬ ਦੇ ਵਿਚਕਾਰ ਸੰਬੰਧ ਨੂੰ ਜੋੜਦੀ ਹੈ ਕਿ ਜਿਹੜੀ ਆਪਣੇ ਕੋਲ ਟਾਰਚ ਦਿੱਤੀ ਹੋਈ ਸੀ ਤਾਂ ਉਹਦੇ ਅੰਦਰ ਜਿਹੜਾ ਆਪਾਂ ਸੈੱਲ ਰੱਖੇ ਹੋਏ ਆ ਅਤੇ ਬਲਬ ਲਗਾਇਆ ਹੋਇਆ, ਬਲਬ ਤੋਂ ਹੀ ਆਪਾਂ ਨੂੰ ਲਾਈਟ ਮਿਲ ਰਹੀ ਆ। ਤਾਂ ਉਹਦੇ ਲਈ ਸਵਿੱਚ ਨੇ ਕੀ ਕੀਤਾ, ਦੋਨਾਂ ਨੂੰ ਆਪਸ ਦੇ ਵਿੱਚ ਜੋੜਨਾ ਹੈ। ਕਿਸੇ ਬਿਜਲੀ ਧਾਰਾ ਦੇ ਲਗਾਤਾਰ ਅਤੇ ਬੰਦ ਪੱਥ ਨੂੰ ਬਿਜਲੀ ਸਰਕਟ ਕਹਿੰਦੇ ਹਨ। ਕਿ ਜਿਹੜਾ ਆਪਾਂ ਨੂੰ ਸਰਕਟ ਦਿੱਤਾ ਹੋਇਆ ਉਹ ਲਗਾਤਾਰ ਹੋਣਾ ਚਾਹੀਦਾ ਹੈ ਅਤੇ ਬੰਦ ਹੋਣਾ ਚਾਹੀਦਾ, ਕਲੋਜ਼ਡ ਸਰਕਟ ਹੋਣਾ ਚਾਹੀਦਾ। ਜੇ ਕਿਸੇ ਵੀ ਜਗ੍ਹਾ ਤੋਂ ਉਹ ਸਰਕਟ ਟੁੱਟ ਜੂਗਾ ਤਾਂ ਬਿਜਲੀ ਧਾਰਾ ਨੇ ਪਾਸ ਹੋਣਾ ਬੰਦ ਕਰ ਦੇਣਾ, ਅਤੇ ਜੇ ਬਿਜਲੀ ਧਾਰਾ ਪਾਸ ਹੋਣਾ ਬੰਦ ਕਰ ਦੂਗੀ ਤਾਂ ਬਲਬ ਨੇ ਚਮਕਣਾ ਬੰਦ ਕਰ ਦੇਣਾ। ਕਿਸੇ ਵੀ ਸਰਕਟ ਦੇ ਵਿੱਚ ਜਦੋਂ ਬਿਜਲੀ ਧਾਰਾ ਨੇ ਪਾਸ ਕਰਨਾ ਸ਼ੁਰੂ ਕੀਤਾ, ਮਤਲਬ ਬਿਜਲੀ ਚਾਰਜ ਜਿਹੜਾ ਆਪਾਂ ਹੈਗਾ ਪਾਸ ਕਰਵਾਉਣਾ ਹੈ, ਉਹਦੇ ਪ੍ਰਵਾਹ ਦੀ ਦਰ ਨੂੰ ਕਿ ਕਿੰਨੇ ਟਾਈਮ ਦੇ ਵਿੱਚ ਕਿੰਨਾ ਚਾਰਜ ਪਾਸ ਹੋ ਰਿਹਾ, ਉਹਨੂੰ ਆਪਾਂ ਕੀ ਕਹਿੰਦੇ ਹਾਂ, ਬਿਜਲੀ ਧਾਰਾ। ਤਾਂ ਉਹਨਾਂ ਸਰਕਟ ਦੇ ਵਿੱਚ ਧਾਤ ਦੇ ਤਾਰ ਆਪਾਂ ਵਰਤਦੇ ਹਾਂ ਚਾਰਜ ਦੇ ਪ੍ਰਵਾਹ ਦੀ ਰਚਨਾ ਕਿ ਉਹਨਾਂ ਦੇ ਵਿੱਚ ਜੇ ਆਪਣੇ ਕੋਲ ਕੋਈ ਵੀ ਇਸ ਤਰ੍ਹਾਂ ਇੱਕ ਕੰਡਕਟਰ ਦਿੱਤਾ ਹੋਇਆ, ਹੁਣ ਇਹਦੇ ਵਿੱਚ ਜਿੰਨੇ ਵੀ ਇਲੈਕਟ੍ਰੋਨਸ ਨੇ, ਪੋਜ਼ੀਟਿਵ ਆਇਨਸ ਪਏ ਨੇ, ਤਾਂ ਇਲੈਕਟ੍ਰੋਨਸ ਨੇ ਕੀ ਕਰਨਾ, ਇੱਕ ਤੋਂ ਦੂਜੀ ਜਗ੍ਹਾ ਦੇ ਉੱਪਰ ਜਾਣਾ ਸ਼ੁਰੂ ਕਰ ਦੇਣਾ। ਤਾਂ ਉਹ ਚਾਰਜ ਦੇ ਵਿੱਚ ਹੀ ਆਉਂਦੇ ਨੇ ਆਪਣੇ ਕੋਲ ਇਲੈਕਟ੍ਰੋਨਸ। ਪਹਿਲੇ ਟਾਈਮ ਦੇ ਵਿੱਚ ਕੀ ਸੀਗਾ ਕਿ ਜਦੋਂ ਇਲੈਕਟ੍ਰੋਨਸ ਦੀ ਖੋਜ ਨਹੀਂ ਸੀ ਹੋਈ ਤਾਂ ਆਪਾਂ ਨੂੰ ਉਹਨਾਂ ਨੇ ਕੀ ਦੱਸਿਆ, ਕੀ ਖੋਜ ਕੀਤੀ ਹੋਈ ਸੀ ਉਹਨਾਂ ਨੇ, ਕਿ ਇਹ ਮੰਨਿਆ ਜਾਂਦਾ ਸੀਗਾ ਕਿ ਜਿਹੜਾ ਚਾਰਜ ਪਾਸ ਹੋ ਰਿਹਾ ਉਹ ਪੋਜ਼ੀਟਿਵ ਚਾਰਜ ਦੇ ਕਰਕੇ ਹੈ, ਪ੍ਰੋਟੋਨਸ ਦੇ ਕਰਕੇ ਆ। ਇਸੇ ਕਰਕੇ ਜੇ ਹੁਣ ਆਪਾਂ ਖੱਬੇ ਤੋਂ ਸੱਜੇ ਪਾਸੇ ਨੂੰ ਬਿਜਲੀ ਪਾਸ ਕਰਵਾ ਰਹੇ ਹਾਂ ਤਾਂ ਉਹ ਵੀ ਆਪਣੇ ਕੋਲ ਕੀ ਆ ਕਿ ਧਨ ਚਾਰਜ ਵੀ ਇਸ ਦਿਸ਼ਾ ਦੇ ਵਿੱਚ ਹੀ ਪਾਸ ਕਰ ਰਹੇ ਆ। ਆਪਣਾ ਇਹ ਮੰਨ ਕੇ ਚੱਲਦੇ ਸੀ ਉਦੋਂ ਕਿ ਧਨ ਚਾਰਜ ਜਿਹੜੀ ਦਿਸ਼ਾ ਦੇ ਵਿੱਚ ਪਾਸ ਕਰ ਰਹੇ ਆ ਉਹੀ ਸੇਮ ਡਾਇਰੈਕਸ਼ਨ ਆਪਣੇ ਕੋਲ ਇਲੈਕਟ੍ਰਿਸਿਟੀ ਦੀ ਆ। ਪਰ ਜਿਵੇਂ ਜਿਵੇਂ ਖੋਜਾਂ ਹੋਈ ਗਈਆਂ, ਫਿਰ ਇਲੈਕਟ੍ਰੋਨਸ ਆ ਗਏ ਆਪਣੇ ਕੋਲ, ਤਾਂ ਪਤਾ ਲੱਗਿਆ ਕਿ ਇਲੈਕਟ੍ਰੋਨਸ ਨੇ ਜਿਹੜੇ ਚਾਰਜ ਨੂੰ ਇੱਕ ਤੋਂ ਦੂਜੀ ਜਗ੍ਹਾ ਉੱਪਰ ਜਾ ਰਹੇ ਆ, ਮੂਵ ਕਰ ਰਹੇ ਆ। ਤਾਂ ਇਹਨਾਂ ਇਲੈਕਟ੍ਰੋਨਸ ਦੇ ਮੂਵ ਕਰਨ ਦੇ ਕਾਰਨ ਹੀ ਕਰੰਟ ਪਾਸ ਹੋ ਰਿਹਾ ਉਸ ਸਰਕਟ ਦੇ ਵਿੱਚੋਂ। ਤਾਂ ਇਹ ਕੀ ਨੇ ਆਪਣੇ ਕੋਲ, ਰੈਨ ਚਾਰਜ ਨੇ। ਅਤੇ ਇਹ ਰੈਨ ਚਾਰਜ ਕਿਵੇਂ ਮੂਵ ਕਰਦੇ ਆ, ਜਿਹੜੀ ਦਿਸ਼ਾ ਦੇ ਵਿੱਚ ਆਪਾਂ ਬਿਜਲੀ ਧਾਰਾ ਪਾਸ ਕਰਾਈ ਹੋਈ ਆ ਉਹਦੇ ਤੋਂ ਉਲਟ ਦਿਸ਼ਾ ਦੇ ਵਿੱਚ। ਨੈਕਸਟ, ਕਿ ਜੇ ਆਪਾਂ ਕਿਸੇ ਵੀ ਚਾਲਕ ਦੀ ਪਰਿਖੇਤਰ ਕਾਟ ਵਿੱਚੋਂ ਸਮੇਂ ਟੀ ਲਈ, ਕਿ ਜੇ ਆਪਣੇ ਕੋਲ ਕੋਈ ਵੀ ਚਾਲਕ ਦਿੱਤਾ ਹੋਇਆ ਉਹਦੇ ਵਿੱਚੋਂ ਆਪਾਂ ਟੀ ਟਾਈਮ ਦੇ ਲਈ ਚਾਰਜ ਕਿਊ ਨੂੰ ਪਾਸ ਕਰਨਾ ਹੈ, ਤਾਂ ਕਿੰਨੇ ਟਾਈਮ ਦੇ ਵਿੱਚ ਪਾਸ ਹੋ ਰਿਹਾ, ਟੀ। ਤਾਂ ਆਪਣੇ ਕੋਲ ਫਿਰ ਉੱਥੋਂ ਕੀ ਆ ਜਾਊਗਾ, ਬਿਜਲੀ ਧਾਰਾ, ਕਰੰਟ ਆ ਜਾਊਗਾ। ਆਈ ਆਪਣੇ ਕੋਲ ਹੁੰਦਾ ਹੈ ਕਰੰਟ, ਕਿਊ ਹੁੰਦਾ ਆਪਣੇ ਕੋਲ ਚਾਰਜ।
ਕਿੰਨੇ ਟਾਈਮ ਦੇ ਵਿੱਚ ਕਿੰਨਾ ਚਾਰਜ ਪਾਸ ਕੀਤਾ, ਉਹ ਆਪਣੇ ਕੋਲੇ ਕੀ ਹੋ ਜਾਊਗਾ, ਉਹਦੇ ਲਈ ਕਰੰਟ ਦੀ ਵੈਲਿਊ ਆ ਜਾਊਗੀ। ਹੁਣ ਇਸੇ ਤਰ੍ਹਾਂ ਦੇਖੋ ਇਸ ਸਰਕਟ ਦੇ ਵਿੱਚ ਕਿ ਆਪਣੇ ਕੋਲੇ ਕੀ ਇੱਕ ਲਗਾਤਾਰ ਬੰਦ ਅਤੇ ਕਲੋਜ਼ ਸਰਕਟ ਦਿੱਤਾ ਹੋਇਆ, ਬੰਦ ਆ ਤੇ ਲਗਾਤਾਰ ਚੱਲ ਰਿਹਾ, ਇਹ ਸਾਰਾ ਪਾਥ ਕਿਤੋਂ ਵੀ ਟੁੱਟ ਨਹੀਂ ਰਿਹਾ। ਇੱਥੇ ਆਪਣੇ ਕੋਲ ਇੱਕ ਬੈਟਰੀ ਲਗਾਈ ਹੋਈ ਆ, ਇੱਥੇ ਆਪਣੇ ਕੋਲ ਕੀ ਹੈ ਐਮੀਟਰ, ਇੱਥੇ ਆਪਾਂ ਕੀ ਇੱਕ ਚਾਬੀ ਕੀ ਲਗਾਈ ਹੋਈ ਹੈ ਤੇ ਨਾਲ ਕੀ ਆਪਣੇ ਕੋਲ ਇੱਕ ਬੱਲਬ ਲਗਾਇਆ ਹੋਇਆ। ਤਾਂ ਆਪਣੇ ਕੋਲ ਜਦੋਂ ਆਪਾਂ ਇਸ ਬੈਟਰੀ ਨੂੰ ਔਨ ਕਰਾਂਗੇ ਤਾਂ ਸਵਿਚ ਔਨ ਕਰ ਰਹੇ ਹਾਂ ਤਾਂ ਕਰੰਟ ਨੇ ਪਾਸ ਕਰਨਾ ਸ਼ੁਰੂ ਕਰ ਦੇਣਾ। ਤਾਂ ਉਸ ਕਰੰਟ ਦੀ ਵੈਲਿਊ ਕਿ ਕਿੰਨਾ ਕਰੰਟ ਇਹਦੇ ਵਿੱਚੋਂ ਦੀ ਪਾਸ ਹੋ ਰਿਹਾ, ਉਹ ਆਪਾਂ ਨੂੰ ਕਿੱਥੋਂ ਪਤਾ ਲੱਗਦਾ ਹੈ, ਇਸ ਐਮੀਟਰ ਨੇ ਕਰੰਟ ਦੀ ਵੈਲਿਊ ਮੈਜਰ ਕਰਨੀ ਹੈ। ਤਾਂ ਇੱਕ ਇਕਾਈ ਜਿਹੜਾ ਕਰੰਟ ਪਾਸ ਹੋ ਰਿਹਾ ਸੀ, ਬਿਜਲੀ ਧਾਰਾ ਦੀ ਇੱਕ ਇਕਾਈ ਆ, ਉਹਨੂੰ ਆਪਾਂ ਕਹਿੰਦੇ ਆ ਐਂਪੀਅਰ, ਉਹਨੂੰ ਆਪਾਂ ਲਿਖਦੇ ਆ A ਦੇ ਨਾਲ। ਬਿਜਲੀ ਚਾਰਜ ਦੀ SI ਇਕਾਈ ਜਿਹੜਾ Q ਆ, ਉਹਨੂੰ ਆਪਾਂ ਕਿਹਦੇ ਵਿੱਚ ਮਾਪਦੇ ਆ, ਮੈਜਰ ਕਰਦੇ ਆ C ਨਾਲ, ਉਹ ਹੁੰਦੀ ਹੈ ਕੂਲਮ। ਤੇ ਇਲੈਕਟ੍ਰੋਨ ਦੇ ਉੱਪਰ ਕਿੰਨਾ ਚਾਰਜ ਹੁੰਦਾ ਹੈ, 1.6 × 10⁻⁻19 ਕੂਲਮ। ਤੇ ਇਸੇ ਕਰਕੇ ਬਿਜਲੀ ਧਾਰਾ ਨੂੰ ਇੱਕ ਇਕਾਈ ਜਿਸ ਨੂੰ ਐਂਪੀਅਰ ਕਹਿੰਦੇ ਆ, ਆਪਾਂ ਉਹਦੇ ਵਿੱਚ ਇਹਨੂੰ ਮੈਜਰ ਕਰਦੇ ਆ, ਮਾਪਦੇ ਆ। 1 ਐਂਪੀਅਰ ਬਿਜਲੀ ਧਾਰਾ ਦੀ ਰਚਨਾ ਪ੍ਰਤੀ ਸੈਕਿੰਡ 1 ਕੂਲਮ ਚਾਰਜ ਦੇ ਪ੍ਰਵਾਹ ਨਾਲ ਹੁੰਦੀ ਹੈ। ਕਿ 1 ਐਂਪੀਅਰ ਕਦੋਂ ਆਊਗਾ, ਜਦੋਂ ਆਪਾਂ 1 ਕੂਲਮ ਚਾਰਜ ਨੂੰ 1 ਸੈਕਿੰਡ ਦੇ ਵਿੱਚ ਪਾਸ ਕਰਾਂਗੇ ਤਾਂ ਆਪਣੇ ਕੋਲੇ ਆਊਗਾ 1 ਐਂਪੀਅਰ। ਇਹਦੀਆਂ ਹੋਰ ਯੂਨਿਟਸ ਕਿਹੜੀਆਂ ਨੇ, ਮਿਲੀ ਐਂਪੀਅਰ, ਉਹ ਕਿਹਦੇ ਇਕੁਅਲ ਹੁੰਦਾ ਹੈ, 10⁻³ ਐਂਪੀਅਰ। ਮਾਈਕਰੋ ਐਂਪੀਅਰ ਕਿਹਦੇ ਇਕੁਅਲ ਆ, 10⁻⁻6 ਐਂਪੀਅਰ। ਤਾਂ ਐਮੀਟਰ ਨੂੰ ਆਪਾਂ ਕਿਹਦੇ ਲਈ ਯੂਜ਼ ਕਰਦੇ ਹਾਂ, ਕਿ ਜਿੰਨੀ ਇਹਦੇ ਵਿੱਚੋਂ ਬਿਜਲੀ ਧਾਰਾ ਪਾਸ ਹੋ ਰਹੀ ਹੈ, ਮਤਲਬ ਕਿੰਨਾ ਕਰੰਟ ਇਹਦੇ ਵਿੱਚੋਂ ਦੀ ਪਾਸ ਹੋ ਰਿਹਾ ਸੀ। ਤੇ ਇਹਨੂੰ ਆਪਾਂ ਕਿਹਦੇ ਵਿੱਚ ਲਗਾਉਣਾ, ਹਮੇਸ਼ਾ ਹੀ ਲੜੀ ਦੇ ਵਿੱਚ ਲਗਾਉਣਾ ਹੈ। ਹੁਣ ਇਹਦੇ ਵਿੱਚ ਆਪਾਂ ਹੋਰ ਕੀ ਲਗਾਇਆ ਹੋਇਆ, ਇੱਕ ਸੈੱਲ, ਬਿਜਲੀ ਦਾ ਬੱਲਬ, ਐਮੀਟਰ, ਪਲੱਗ, ਚਾਬੀ, ਇਹ ਸਾਰੇ ਲਗਾਏ ਹੋਏ ਆ। ਤਾਂ ਸਰਕਟ ਦੇ ਵਿੱਚ ਜਿਹੜੀ ਬਿਜਲੀ ਧਾਰਾ ਸੈੱਲ ਦੇ ਧਨ ਟਰਮੀਨਲ ਤੋਂ ਸੈੱਲ ਦੇ ਰੈਨ ਟਰਮੀਨਲ ਤੱਕ, ਆਪਣੇ ਕੋਲ ਆ ਪੋਜ਼ਿਟਿਵ ਦਿੱਤਾ ਹੋਇਆ ਇੱਧਰ, ਐਂਡ ਆ ਨੈਗੇਟਿਵ, ਮਤਲਬ ਧਨ ਤੋਂ ਨੈਗੇਟਿਵ ਦੇ ਵੱਲ ਜਾਂਦੀ ਹੈ ਬਿਜਲੀ ਧਾਰਾ, ਕਰੰਟ ਇਸ ਡਾਇਰੈਕਸ਼ਨ ਦੇ ਵਿੱਚ ਪਾਸ ਕਰਦਾ। ਨੈਕਸਟ ਹੈ ਬਿਜਲੀ ਪੋਟੈਂਸ਼ੀਅਲ ਅਤੇ ਪੋਟੈਂਸ਼ੀਅਲ ਅੰਤਰ। ਬਿਜਲੀ ਚਾਰਜ ਨੂੰ ਕੌਣ ਪ੍ਰਵਾਹਿਤ ਕਰਦਾ ਤੇ ਕੀ ਰੀਜ਼ਨ ਆ। ਹੁਣ ਜੇ ਆਪਾਂ ਦੇਖਦੇ ਹਾਂ ਕਿ ਆਪਾਂ ਘਰਾਂ ਦੇ ਵਿੱਚ ਆਪਣੇ ਕੋਲ ਟੈਂਕੀਆਂ ਨੇ, ਆਪਾਂ ਪਾਣੀ ਨੂੰ ਥੱਲਿਓਂ ਤੋਂ ਉੱਪਰ ਤੱਕ ਲੈ ਕੇ ਜਾਂਦੇ ਹਾਂ, ਉੱਥੇ ਸਟੋਰ ਕਰ ਲੈਂਦੇ ਹਾਂ। ਹੁਣ ਜੇ ਆਪਾਂ ਦੇਖੀਏ ਕੋਈ ਵੀ ਇੱਕ ਟਿਊਬ ਦਿੱਤੀ ਹੋਈ ਆਪਾਂ ਨੂੰ, ਖਿਤਿਜੀ ਟਿਊਬ ਕਿ ਇੱਕ ਵਰਟੀਕਲ ਡਾਇਰੈਕਸ਼ਨ 'ਚ ਰੱਖੀ ਹੋਈ ਹੈ, ਇਸ ਤਰ੍ਹਾਂ ਉੱਪਰ ਵੱਲ ਨੂੰ ਆਪਾਂ ਕਹਿ ਸਕਦੇ ਕਿ ਟੇਢੀ ਕਰਕੇ ਲਗਾਈ ਹੋਈ ਆ, ਤਾਂ ਹੁਣ ਉਹਦੇ ਵਿੱਚੋਂ ਕੀ ਪਾਣੀ ਪ੍ਰਵਾਹਿਤ ਨਹੀਂ ਹੁੰਦਾ। ਪਰ ਜੇ ਨਲੀ ਦੇ ਇੱਕ ਸਿਰੇ ਨੂੰ ਕਿਸੇ ਉੱਚੇ ਤਾਲ ਦੇ ਉੱਪਰ ਰੱਖੇ, ਪਾਣੀ ਦੇ ਟੈਂਕ ਨਾਲ ਜੋੜ ਦਿੱਤਾ ਜਾਵੇ, ਇੱਕ ਐਂਡ ਕੀ ਆਪਣੇ ਕੋਲ ਨੀਵੇਂ ਪਾਸੇ ਪਿਆ, ਇੱਕ ਉੱਚੇ ਪਾਸੇ ਪਿਆ, ਹੁਣ ਇਸ ਤਰ੍ਹਾਂ ਹੋ ਗਿਆ ਆਪਣੇ ਕੋਲੇ ਟੇਢਾ ਹੋ ਗਿਆ, ਇੱਕ ਤੇ ਜ਼ਿਆਦਾ ਦਬਾਅ ਹੋ ਗਿਆ, ਇੱਕ ਤੇ ਘੱਟ ਹੋ ਜਾਊਗਾ। ਤਾਂ ਦੋਨਾਂ ਨਲੀਆਂ ਦੇ ਵਿਚਕਾਰ ਕੋਈ ਦਬਾਅ ਕੇ ਦੋ ਐਂਡ ਨੇ ਜਿਹੜੇ ਕੋਈ ਨਾ ਕੋਈ ਉੱਥੇ ਡਿਫਰੈਂਸ ਆ ਰਿਹਾ ਪ੍ਰੈਸ਼ਰ ਦਾ, ਜਿਹੜਾ ਦਬਾਅ ਦਾ ਸੀਗਾ। ਤਾਂ ਜਿਹੜਾ ਐਂਡ ਨਲੀ ਦਾ ਖਾਲੀ ਸੀ, ਪਾਈਪ ਦਾ ਜਿਹੜਾ ਐਂਡ ਖਾਲੀ ਸੀਗਾ, ਜਿਹੜਾ ਟੈਂਕੀ ਦੇ ਵਿੱਚ ਨਹੀਂ ਸੀ, ਉੱਥੋਂ ਪਾਣੀ ਨੇ ਕੀ ਕਰਨਾ, ਬਾਹਰ ਵੱਲ ਆਉਣਾ ਸ਼ੁਰੂ ਹੋ ਜਾਣਾ। ਹੁਣ ਇਸੇ ਕਰਕੇ ਜਿਹੜਾ ਧਾਤ ਦਾ ਬਣਿਆ ਹੋਇਆ ਕੋਈ ਵੀ ਚਾਲਕ ਆ, ਜੇ ਉਹਦੇ ਵਿੱਚੋਂ ਆਪਾਂ ਚਾਰਜ ਨੂੰ ਪਾਸ ਕਰਵਾਉਣਾ ਤਾਂ ਉੱਥੇ ਗੁਰੂਤਾ ਬਲ ਦੀ ਕੋਈ ਭੂਮਿਕਾ ਨਹੀਂ, ਇਹਨੇ ਕੋਈ ਕੰਮ ਨਹੀਂ ਕਰਨਾ। ਇਲੈਕਟ੍ਰੋਨ ਸਿਰਫ ਕਦੋਂ ਗਤੀ ਕਰਨਗੇ, ਜਦੋਂ ਚਾਲਕ ਦੇ ਵਿੱਚ ਬਿਜਲੀ ਦਬਾਅ ਦਾ ਅੰਤਰ ਹੁੰਦਾ। ਤਾਂ ਹੁਣ ਜਿਹੜਾ ਬਿਜਲੀ ਦਬਾਅ ਦਾ ਅੰਤਰ ਪੈ ਰਿਹਾ, ਉਹ ਕੀ ਹੋਊਗਾ, ਪੋਟੈਂਸ਼ੀਅਲ ਅੰਤਰ। ਤਾਂ ਪੋਟੈਂਸ਼ੀਅਲ ਅੰਤਰ ਇੱਕ ਜਾਂ ਇੱਕ ਤੋਂ ਜ਼ਿਆਦਾ ਬਿਜਲੀ ਸੈੱਲਾਂ ਤੋਂ ਬਣੀ ਬੈਟਰੀ ਦੁਆਰਾ ਉਤਪੰਨ ਕੀਤਾ ਜਾ ਸਕਦਾ ਹੈ। ਕਿ ਉਸ ਸਰਕਟ ਦੇ ਵਿੱਚ ਜਾਂ ਤਾਂ ਆਪਣੇ ਕੋਲੇ ਇੱਕ ਜਾਂ ਇੱਕ ਤੋਂ ਜ਼ਿਆਦਾ ਬਿਜਲੀ ਸੈੱਲ ਲੱਗੇ ਹੋਣੇ ਚਾਹੀਦੇ ਆ, ਉਹਦੇ ਤੋਂ ਹੀ ਜਿਹੜੀ ਬਣੀ ਬੈਟਰੀ ਆ ਉਹਨੂੰ ਆਪਾਂ ਇਹਦੇ ਵਿੱਚ ਯੂਜ਼ ਕਰਨਾ ਹੈ। ਤਾਂ ਕਿਸੇ ਸੈੱਲ ਦੇ ਅੰਦਰ ਜਿਹੜੀ ਰਸਾਇਣਿਕ ਕਿਰਿਆ ਹੋ ਰਹੀ ਆ, ਸੈੱਲ ਦੇ ਦੋ ਟਰਮੀਨਲ ਹੋ ਗਏ, ਜੇ ਆਪਣੇ ਕੋਲ ਇੱਥੇ ਇੱਕ ਸੈੱਲ ਦਿੱਤਾ ਹੋਇਆ, ਇੱਕ ਟਰਮੀਨਲ ਹੋ ਜਾਊ ਪੋਜ਼ਿਟਿਵ, ਇੱਕ ਹੋ ਜਾਊਗਾ ਨੈਗੇਟਿਵ। ਤਾਂ ਉਹਨਾਂ ਨੇ ਕੀ ਕਰਨਾ, ਜਿਹੜੀ ਰਸਾਇਣਿਕ ਕਿਰਿਆ ਇਹਦੇ ਅੰਦਰ ਹੋ ਰਹੀ ਆ, ਉਹਨੇ ਦੋਨੋਂ ਸੈੱਲਸ ਦੇ ਵਿਚਕਾਰ ਪੋਟੈਂਸ਼ੀਅਲ ਅੰਤਰ ਪੈਦਾ ਕਰ ਦੇਣਾ। ਇਹ ਕਦੋਂ ਹੋਊਗਾ, ਜਦੋਂ ਸੈੱਲ ਦੇ ਅੰਦਰ ਕੋਈ ਬਿਜਲੀ ਧਾਰਾ ਨਹੀਂ ਪਾਸ ਹੋ ਰਹੀ, ਕੋਈ ਕਰੰਟ ਨੂੰ ਪਾਸ ਨਹੀਂ ਕਰ ਰਹੀ। ਪਰ ਜਦੋਂ ਇਸ ਸੈੱਲ ਨੂੰ ਆਪਾਂ ਕਿਸੇ ਸਰਕਟ ਦੇ ਨਾਲ ਜੋੜਦੇ ਹਾਂ ਤਾਂ ਪੋਟੈਂਸ਼ੀਅਲ ਅੰਤਰ ਕੀ ਕਰੂਗਾ, ਫਿਰ ਉਸ ਚਾਲਕ ਦੇ ਜਿਹੜੇ ਚਾਰਜ ਨੇ ਇਹਨਾਂ ਨੂੰ ਗਤੀ ਦੇ ਵਿੱਚ ਲਿਆਉਣਾ ਤੇ ਕਰੰਟ ਨੇ ਪਾਸ ਕਰਨਾ ਸ਼ੁਰੂ ਕਰ ਦੇਣਾ। ਇਸੇ ਕਰਕੇ ਕਿਸੇ ਵੀ ਸਰਕਟ ਦੇ ਵਿੱਚ ਜੇ ਆਪਾਂ ਕਰੰਟ ਨੂੰ ਪਾਸ ਕਰਵਾਉਣਾ ਚਾਹੁੰਦੇ ਹਾਂ ਤਾਂ ਉਸ ਸੈੱਲ ਨੂੰ ਕੀ ਕਰਨਾ ਪਊਗਾ ਕਿ ਜਿਹੜੀ ਉਹਨੇ ਆਪਣੇ ਅੰਦਰ ਰਸਾਇਣਿਕ ਊਰਜਾ ਰੱਖੀ ਹੋਈ ਸੀ, ਵਰਤੀ ਨਹੀਂ ਸੀ, ਉਹਨੂੰ ਖਰਚ ਕਰਨਾ ਪਊ, ਕੰਮ ਕਰਨਾ ਪਊਗਾ। ਇਸੇ ਲਈ ਜਦੋਂ ਇਸ ਸਰਕਟ ਦੇ ਦੋ ਬਿੰਦੂਆਂ ਦੇ ਵਿਚਕਾਰ, ਜਿਵੇਂ ਆਪਾਂ ਇੱਥੇ ਸਰਕਟ ਦੀ ਗੱਲ ਕੀਤੀ ਹੋਈ ਸੀ, ਇੱਥੇ ਵੀ ਆਪਾਂ ਇਸੇ ਤਰ੍ਹਾਂ ਬੈਟਰੀ ਨੂੰ ਯੂਜ਼ ਕੀਤਾ ਸੀ, ਉਹਦੇ ਐਂਡ ਦੇਖੋ ਅਲੱਗ-ਅਲੱਗ ਨੇ, ਇੱਕ ਪੋਜ਼ਿਟਿਵ ਆ ਤੇ ਇੱਕ ਨੈਗੇਟਿਵ ਆ। ਹੁਣ ਇਸ ਸੈੱਲ ਨੇ ਕੀ ਕਰਨਾ, ਇਸ ਬੈਟਰੀ ਨੇ ਜਦੋਂ ਸਰਕਟ ਦੇ ਅੰਦਰ ਆਪਾਂ ਲਗਾਇਆ ਤਾਂ ਇਹਦੇ ਅੰਦਰ ਜਿਹੜੀ ਰਸਾਇਣਿਕ ਕਿਰਿਆ ਹੁੰਦੀ ਸੀਗੀ ਉਹਨੂੰ ਕੀ ਕਰੂਗਾ, ਇਹ ਖਰਚ ਕਰ ਦੂਗਾ, ਵਰਤ ਦੂਗਾ, ਤਾਂ ਕਿ ਕਰੰਟ ਇਸ ਸਰਕਟ ਦੇ ਵਿੱਚੋਂ ਪਾਸ ਹੋ ਸਕੇ। ਤਾਂ ਬਿਜਲੀ ਸਰਕਟ ਦੇ ਦੋ ਬਿੰਦੂਆਂ ਦੇ ਵਿਚਕਾਰ ਪੋਟੈਂਸ਼ੀਅਲ ਅੰਤਰ ਨੂੰ
ਆਪਾਂ ਕਿਹੜੇ ਕੰਮ ਦੇ ਦੁਆਰਾ ਪਰਿਭਾਸ਼ਿਤ ਕਰਦੇ ਹਾਂ ਕਿ ਉਹ ਇੱਕ ਇਕਾਈ ਚਾਰਜ ਨੂੰ ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਲਿਆਉਣ ਲਈ ਕਿੰਨਾ ਕੰਮ ਉਹਨੂੰ ਕਰਨਾ ਪਿਆ। ਤਾਂ ਦੋ ਬਿੰਦੂਆਂ ਦੇ ਵਿਚਕਾਰ ਪੋਟੈਂਸ਼ੀਅਲ ਅੰਤਰ ਨੂੰ ਆਪਾਂ ਲਿਖਦੇ ਹਾਂ V ਦੇ ਨਾਲ। ਉਹ ਕਿਹਦੇ ਬਰਾਬਰ ਹੋ ਗਿਆ ਕਿ ਉਹਨੇ ਕਿੰਨਾ ਕੰਮ ਕੀਤਾ W, ਡਿਵੀਜ਼ਨ ਕਿਹਦੇ ਨਾਲ ਕਰਨੀ ਹੈ, ਬਟੇ ਦੇ ਵਿੱਚ ਕੀ ਆਊਗਾ ਚਾਰਜ, ਕੀਤਾ ਗਿਆ ਕੰਮ ਅਪੋਨ ਚਾਰਜ। V = W ਅਪੋਨ Q। ਤਾਂ ਬਿਜਲੀ ਅੰਤਰ ਦੀ SI ਇਕਾਈ ਆਪਣੇ ਕੋਲ ਕੀ ਆ, ਵੋਲਟ। ਤਾਂ ਕਿਸੇ ਵੀ ਬਿਜਲੀ ਧਾਰਾ ਲੈ ਜਾ ਰਹੇ ਚਾਲਕ ਜੇ ਕਿਸੇ ਵੀ ਆਪਾਂ ਕੰਡਕਟਰ ਦੇ ਵਿੱਚੋਂ ਕਰੰਟ ਨੂੰ ਪਾਸ ਕਰ ਰਹੇ ਹਾਂ, ਚਾਲਕ ਦੇ ਵਿੱਚੋਂ ਬਿਜਲੀ ਧਾਰਾ ਨੂੰ ਪਾਸ ਕਰਵਾ ਰਹੇ ਹਾਂ, ਤਾਂ ਜਿਹੜੇ ਦੋ ਬਿੰਦੂਆਂ ਦੇ ਵਿਚਕਾਰ ਆਪਾਂ ਕਿੰਨਾ ਚਾਰਜ ਪਾਸ ਕੀਤਾ, 1 ਕੂਲਮ ਚਾਰਜ ਨੂੰ ਪਾਸ ਕਰਵਾਇਆ ਏ, ਤੇ ਆਪਾਂ ਨੂੰ ਕਿੰਨਾ ਕੰਮ ਕਰਨਾ ਪੈ ਰਿਹਾ, 1 ਜੂਲ ਕਾਰਜ ਕਰਨਾ ਪਿਆ। ਤਾਂ ਉਹਨਾਂ ਦੋਨਾਂ ਬਿੰਦੂਆਂ ਦੇ ਵਿਚਕਾਰ ਕਿੰਨਾ ਪੋਟੈਂਸ਼ੀਅਲ ਅੰਤਰ ਆ ਜਾਊਗਾ, 1 ਵੋਲਟ। ਕੰਮ ਕਿੰਨਾ ਕੀਤਾ, 1 ਜੂਲ। ਕਿੰਨੇ ਚਾਰਜ ਨੂੰ ਆਪਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਲੈ ਕੇ ਜਾ ਰਹੇ ਹਾਂ, ਮਤਲਬ ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਲੈ ਕੇ ਗਏ ਤਾਂ ਉਹ 1 ਕੂਲਮ ਹੋ ਜਾਊਗਾ। ਐਂਡ 1 ਵੋਲਟ = 1 ਜੂਲ ਪਰ ਕੂਲਮ। ਇਹਨੂੰ ਆਪਾਂ ਪੋਟੈਂਸ਼ੀਅਲ ਅੰਤਰ ਨੂੰ ਕਿਹਦੇ ਨਾਲ ਮੈਜਰ ਕਰਦੇ ਹਾਂ, ਮਾਪਦੇ ਕਿਹਦੇ ਨਾਲ ਆ, ਵੋਲਟ ਮੀਟਰ ਦੇ ਨਾਲ। ਤੇ ਵੋਲਟ ਮੀਟਰ ਨੂੰ ਆਪਾਂ ਹਮੇਸ਼ਾ ਹੀ ਕਿਵੇਂ ਲਗਾਉਣਾ ਹੈ, ਸਮਾਨ ਅੰਤਰ ਦੇ ਨਾਲ, ਜਿਨ੍ਹਾਂ ਦੇ ਵਿਚਕਾਰ ਆਪਾਂ ਪੋਟੈਂਸ਼ੀਅਲ ਅੰਤਰ ਮਾਪਣਾ ਹੈ। ਨੈਕਸਟ ਹੈ ਸਰਕਟ ਡਾਇਗਰਾਮ। ਬਿਜਲੀ ਸਰਕਟ ਦੇ ਵਿੱਚ ਆਪਾਂ ਸੈੱਲ, ਪਲੱਗ, ਕੁੰਜੀ, ਬਿਜਲੀ ਘਟਕ, ਤਾਰਾਂ ਬਹੁਤ ਕੁਝ ਲਗਾਉਂਦੇ ਆ। ਉਹਨਾਂ ਸਾਰਿਆਂ ਦਾ ਇੱਕ ਆਰਡਰ ਆ, ਇੱਕ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਆ ਕਿ ਆਪਾਂ ਉਹਨਾਂ ਨੂੰ ਕਿਵੇਂ ਲਗਾਉਣਾ, ਕਿਵੇਂ ਆਪਾਂ ਉਹਨਾਂ ਨੂੰ ਸ਼ੋਅ ਕਰ ਸਕਦੇ ਹਾਂ। ਹੁਣ ਜੇ ਆਪਾਂ ਸੈੱਲ ਨੂੰ ਸ਼ੋਅ ਕਰਨਾ ਤਾਂ ਉਹਦਾ ਸੰਕੇਤ ਕੀ ਆ, ਉਹਦੀ ਡਾਇਗਰਾਮ ਕਿਹੜੀ ਬਣੂਗੀ ਆਪਣੇ ਕੋਲ, ਇਸ ਤਰ੍ਹਾਂ ਆਪਾਂ ਸ਼ੋਅ ਕਰਨਾ। ਜਿਹੜੀ ਵੱਡੀ ਲਾਈਨ ਹੋਊਗੀ ਉਹ ਪੋਜ਼ਿਟਿਵ ਚਾਰਜ ਸਾਈਨ ਰਿਪਰੈਜ਼ੈਂਟ ਕਰੂਗੀ, ਜਿਹੜੀ ਛੋਟੀ ਲਾਈਨ ਲਗਾ ਰਹੇ ਹੋ ਨੈਗੇਟਿਵ ਐਂਡ ਰਿਪਰੈਜ਼ੈਂਟ ਕਰੂ। ਦੋ ਐਂਡ ਹੋ ਗਏ, ਇੱਕ ਪੋਜ਼ਿਟਿਵ ਐਂਡ ਆ ਤੇ ਇੱਕ ਨੈਗੇਟਿਵ ਐਂਡ ਆ। ਫਿਰ ਬੈਟਰੀ ਜਾਂ ਸੈੱਲਾਂ ਦਾ ਸੰਯੋਜਨ। ਹੁਣ ਇਹਨਾਂ ਨੂੰ ਆਪਾਂ ਕੀ ਇਕੱਠੀਆਂ ਕਰਵਾਈਆਂ ਹੋਈਆਂ, ਬੈਟਰੀ ਦੇ ਵਿੱਚ ਕਾਫੀ ਸੈੱਲ ਇਕੱਠੇ ਕੀਤੇ ਹੋਏ ਆ, 1 2 3 ਸੈੱਲ ਹੋ ਗਏ। ਕੁੰਜੀ ਜਾਂ ਸਵਿਚ, ਉਹਦੇ ਲਈ ਆਪਣੇ ਕੋਲ ਇਹ ਵਾਲਾ ਸਾਈਨ ਬ੍ਰੈਕਟ ਦਾ। ਬੰਦ ਕੁੰਜੀ ਕਦੋਂ ਹੋਊਗੀ, ਇਹਦੇ ਵਿਚਕਾਰ ਆਪਾਂ ਡਾਟ ਲਗਾ ਦੇਣੇ ਕਿ ਆਪਾਂ ਇਹਦੇ ਵਿੱਚ ਸਵਿਚ ਲਗਾਈ ਹੋਈ ਆ, ਔਨ ਕਰਤੀ। ਤਾਰ ਜੋੜ ਕੇ ਇਸ ਬਿੰਦੂ ਦੇ ਉੱਪਰ ਦੋਨੇ ਤਾਰਾਂ ਇਕੱਠੀਆਂ ਹੋ ਰਹੀਆਂ, ਬਿਨਾਂ ਜੋੜ ਤੋਂ ਤਾਰ ਕਰਾਸੀ ਕਿ ਤਾਰ ਆ ਜਿਹੜੀ ਕਿਵੇਂ ਕ੍ਰਾਸ ਕਰ ਰਹੀ, ਇਹਦੇ ਵਿੱਚ ਕੋਈ ਵੀ ਜੋੜ ਨਹੀਂ ਲਗਾਇਆ ਹੋਇਆ। ਬੱਲਬ ਦਾ ਸਾਈਨ। ਫਿਰ ਪ੍ਰਤੀਰੋਧਕ, ਇਹਨੂੰ ਆਪਾਂ ਇਸ ਤਰ੍ਹਾਂ ਜ਼ਿਗਜ਼ੈਗ ਨਾਲ ਸ਼ੋਅ ਕਰਨਾ। ਪਰਿਵਰਤਨਸ਼ੀਲ ਪ੍ਰਤੀਰੋਧ ਜਾਂ ਰਿਓਸੈਟ, ਕਿ ਆਪਾਂ ਇਹਦੇ ਵਿੱਚ ਪ੍ਰਤੀਰੋਧ ਦੀ ਵੈਲਿਊ ਨੂੰ ਚੇਂਜ ਕਰ ਸਕਦੇ ਹਾਂ, ਇਸੇ ਕਰਕੇ ਆਪਾਂ ਇਹਨੂੰ ਇਸ ਤਰ੍ਹਾਂ ਸ਼ੋਅ ਕਰਨਾ ਐਰੋ ਦੇ ਸਾਈਨ ਨਾਲ। ਪ੍ਰਤੀਰੋਧ ਦਾ ਸਾਈਨ ਬਣਾ ਕੇ ਉਹਦੇ ਉੱਪਰ ਤੀਰ ਦਾ ਨਿਸ਼ਾਨ ਬਣਾਓ। ਫਿਰ ਐਮੀਟਰ ਨੂੰ ਏ ਦੇ ਨਾਲ, ਇਹਦੇ ਵੀ ਦੋ ਐਂਡ ਨੇ, ਇੱਕ ਪੋਜ਼ਿਟਿਵ ਤੇ ਇੱਕ ਨੈਗੇਟਿਵ। ਵੋਲਟ ਮੀਟਰ ਦੇ ਵੀ ਦੋ ਐਂਡ ਆ, ਇੱਕ ਪੋਜ਼ਿਟਿਵ ਤੇ ਇੱਕ ਨੈਗੇਟਿਵ। ਇਹਨੂੰ ਆਪਾਂ V ਦੇ ਨਾਲ ਸ਼ੋਅ ਕਰਦੇ ਹਾਂ। ਨੈਕਸਟ ਹੈ ਓਮ ਦਾ ਨਿਯਮ। ਓਮ ਦੇ ਨਿਯਮ ਦੇ ਵਿੱਚ ਆਪਣੇ ਕੋਲ ਸਰਕਟ ਦੇ ਵਿੱਚ ਹੀ ਆ। ਹੁਣ ਇਹਨਾਂ ਦੇ ਵਿੱਚ ਆਪਾਂ ਜਿਵੇਂ ਸਰਕਟ ਸ਼ੋਅ ਕੀਤਾ ਹੋਇਆ, ਆਪਾਂ ਉਸ ਤਰ੍ਹਾਂ ਸਰਕਟ ਲਗਾਉਣਾ ਹੈ। ਤੇ ਸੈੱਲ ਇਹਦੇ ਵਿੱਚ ਕੀ ਆਪਾਂ ਜਿਹੜੇ ਲਗਾਏ ਹੋਏ ਆ, ਹਰੇਕ ਸੈੱਲ ਦਾ ਮਾਨ, ਉਹਦੀ ਵੈਲਿਊ ਕਿੰਨੀ ਆ, 1.5 ਵੋਲਟ। ਤੇ ਆਪਾਂ ਕਿੰਨੇ ਸੈੱਲ ਲਗਾਏ ਨੇ, 4 ਲਗਾਏ ਹੋਏ ਆ। ਤਾਂ ਉਹ ਕਿਹੜੇ ਕਿਹੜੇ ਨੇ ਆਪਣੇ ਕੋਲ, ਨਾਈਕ੍ਰੋਮ, ਨਿਕਲ, ਕ੍ਰੋਮੀਅਮ, ਮੈਗਨੀਜ਼ ਤੇ ਆਇਰਨ ਦੇ ਇੱਕ ਮਿਸ਼ਰਤ ਧਾਤੂ ਨਾਲ ਆਪਾਂ ਸਾਰਿਆਂ ਨੂੰ ਜੋੜਨਾ। ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਸਰਕਟ ਦੇ ਵਿੱਚ ਕਿ ਬਿਜਲੀ ਦੀ ਧਾਰਾ ਦੇ ਸਰੋਤ ਦੇ ਰੂਪ ਵਿੱਚ ਸਿਰਫ ਆਪਾਂ ਇੱਕ ਸੈੱਲ ਦਾ ਉਪਯੋਗ ਕੀਤਾ। ਤਾਂ ਸਰਕਟ ਦੇ ਵਿੱਚ ਪਹਿਲਾਂ ਕਿਹੜੀ ਤਾਰ, ਆਪਾਂ ਨਾਈਕ੍ਰੋਮ ਤਾਰ ਜਿਹੜੀ XY ਦਿੱਤੀ ਹੋਈ ਸੀਗੀ, ਇਹਦੇ ਵਿੱਚੋਂ ਆਪਾਂ ਕਰੰਟ ਨੂੰ ਪਾਸ ਕੀਤਾ। ਕਿੰਨਾ ਕਰੰਟ ਪਾਸ ਕੀਤਾ ਆਪਾਂ, I। ਜਿੰਨਾ ਕਰੰਟ ਪਾਸ ਹੋ ਰਿਹਾ ਉਹ ਆਪਾਂ ਨੂੰ ਕਿੱਥੋਂ ਪਤਾ ਲੱਗੂਗਾ, ਇਸ ਐਮੀਟਰ A ਤੋਂ। ਇਹਦੇ ਨਾਲ ਕਿਵੇਂ ਲਗਾਇਆ ਆਪਾਂ, ਸੀਰੀਜ਼ ਦੇ ਵਿੱਚ ਲਗਾਇਆ, ਲੜੀ ਦੇ ਵਿੱਚ ਲਗਾਇਆ ਹੋਇਆ, ਮਤਲਬ ਇੱਕੋ ਤਾਰ ਦੇ ਨਾਲ ਜੋੜਿਆ ਹੋਇਆ। ਹੁਣ X ਤੇ Y ਦੇ ਨਾਲ ਜਿਹੜੀ ਤਾਰ ਦਿੱਤੀ ਸੀ, ਵੋਲਟ ਮੀਟਰ ਲਗਾਇਆ ਆਪਾਂ ਇਹਦੇ ਵਿੱਚ। ਇਹਨੂੰ ਕਿਵੇਂ ਲਗਾਇਆ, ਸਮਾਨ ਅੰਤਰ ਦੇ ਵਿੱਚ, ਕਿ ਜਿੰਨਾ ਕਰੰਟ ਇੱਥੇ ਜਾ ਰਿਹਾ ਸੀ ਉਹਦੇ ਵਿੱਚੋਂ ਅੱਧਾ ਕਰੰਟ ਇੱਧਰ ਪਾਸ ਹੋ ਰਿਹਾ, ਮਤਲਬ ਡਿਵੀਜ਼ਨ ਹੋ ਜੂਗੀ ਜਦੋਂ ਆਪਾਂ ਸਮਾਨ ਅੰਤਰ ਦੀ ਗੱਲ ਕਰਦੇ ਹਾਂ। ਤਾਂ ਹੁਣ ਆਪਾਂ ਕਿੰਨਾ ਕਰੰਟ ਪਾਸ ਕੀਤਾ, ਉਹਨਾਂ ਦੀਆਂ ਵੈਲਿਊਜ਼ ਕਿਵੇਂ ਆਪਾਂ ਨੋਟ ਕਰਾਂਗੇ, ਤੇ ਪੋਟੈਂਸ਼ੀਅਲ ਦੀਆਂ ਵੈਲਿਊਜ਼ ਵੀ ਕਿ ਕਿੰਨਾ ਉੱਥੇ ਪੋਟੈਂਸ਼ੀਅਲ ਆ ਰਿਹਾ ਹੈ ਐਮੀਟਰ ਤੇ ਵੋਲਟ ਮੀਟਰ ਦੀ ਰੀਡਿੰਗਸ ਤੋਂ। ਤਾਂ ਹੁਣ ਇਸੇ ਕਰਕੇ ਪੋਟੈਂਸ਼ੀਅਲ ਅੰਤਰ V ਤੇ ਬਿਜਲੀ ਧਾਰਾ I, ਕਿ ਕਰੰਟ ਦੇ V ਦੇ ਵਿਚਕਾਰ ਕਿੰਨੀਆਂ ਵੈਲਿਊਜ਼ ਆ ਰਹੀਆਂ ਨੇ, ਉਹਨਾਂ ਨੂੰ ਆਪਾਂ ਡਿਵਾਈਡ ਕਰ ਦੇਣਾ, ਭਾਗ ਕਰਕੇ ਉਹਨਾਂ ਦੀਆਂ ਵੈਲਿਊ ਕੱਢ ਲੈਣੀਆਂ। ਹੁਣ ਜਦੋਂ ਆਪਾਂ ਇਸ ਤਰ੍ਹਾਂ ਵੈਲਿਊਜ਼ ਕੱਢਦੇ ਹਾਂ ਤਾਂ ਆਪਾਂ ਗ੍ਰਾਫ ਪਲਾਟ ਕਰਦੇ ਹਾਂ। ਗ੍ਰਾਫ ਜਦੋਂ ਪਲਾਟ ਕੀਤਾ ਤਾਂ ਉਹਦੇ ਵਿੱਚ ਆਪਾਂ ਕੀ ਨੋਟ ਕੀਤਾ ਕਿ ਜਿੰਨਾ ਉਹਦੇ ਵਿੱਚੋਂ ਕਰੰਟ ਪਾਸ ਹੋ ਰਿਹਾ ਸੀ ਤੇ ਕਿੰਨਾ ਉਹ ਪੋਟੈਂਸ਼ੀਅਲ ਉੱਥੇ ਡਿਫਰੈਂਸ ਆ ਰਿਹਾ ਸੀ V ਤੇ I, ਉਹ ਆਪਣੇ ਕੋਲ ਕੀ ਆ, ਇੱਕ ਸਟ੍ਰੇਟ ਲਾਈਨ ਆ ਜੂਗੀ, ਇੱਕ ਸਿੱਧੀ ਰੇਖਾ। ਮਤਲਬ ਜਿੰਨਾ ਆਪਾਂ ਇਹਦੇ ਵੇਲੇ ਪੋਟੈਂਸ਼ੀਅਲ ਅੰਤਰ ਨੂੰ ਵਧਾਵਾਂਗੇ ਉਨਾ ਹੀ ਕਰੰਟ ਵੀ ਉਹਦੇ ਵਿੱਚੋਂ ਕੀ ਆ, ਵਧੂਗਾ। ਹੁਣ V ਡਾਇਰੈਕਟਲੀ ਪ੍ਰਪੋਰਸ਼ਨਲ ਆ I ਦੇ। ਹੁਣ ਜਦੋਂ ਵੀ ਆਪਾਂ ਫਿਜ਼ਿਕਸ ਦੇ ਵਿੱਚ ਗੱਲ ਕਰਦੇ ਹਾਂ, ਇਹ ਪ੍ਰਪੋਰਸ਼ਨੈਲਿਟੀ ਸਾਈਨ, ਅਨੁਪਾਤੀ ਦਾ ਸਾਈਨ ਆ, ਇਹਨੂੰ ਹਟਾ ਕੇ ਆਪਾਂ ਬਰਾਬਰ ਦਾ ਸਾਈਨ ਲੈ ਕੇ ਆਉਣਾ ਹੁੰਦਾ।
ਤਾਂ ਜਦੋਂ ਬਰਾਬਰ ਦਾ ਸਾਈਨ ਲੈ ਕੇ ਆਵਾਂਗੇ ਤਾਂ ਹੁਣ ਇਹਦੇ ਲਈ ਦੇਖੋ V ਡਾਇਰੈਕਟਲੀ ਪ੍ਰੋਪੋਰਸ਼ਨਲ ਕਿਹਦੇ ਆ I ਦੇ। ਹੁਣ ਬਰਾਬਰ ਦਾ ਸਾਈਨ ਲੈ ਕੇ ਆਂਦਾ ਤਾਂ ਇਹਦੇ ਨਾਲ ਇੱਕ ਕੌਨਸਟੈਂਟ ਲਗਾਉਣਾ ਪਊਗਾ। ਇੱਥੇ ਕੌਨਸਟੈਂਟ ਕੀ ਆ, ਉਹ R ਆਪਣੇ ਕੋਲ ਕੀ ਆ, ਉਸ ਤਾਰ ਦਾ ਪ੍ਰਤੀਰੋਧ ਆ। ਹੁਣ V/I ਕਿਹਦੇ ਇਕੁਅਲ ਆ ਜਾਊਗਾ R ਆਪਣੇ ਕੋਲ ਕੀ ਹੋ ਜਾਊਗਾ, ਫਿਰ ਇੱਕ ਸਥਿਰ ਅੰਕ ਆ ਕਿ ਇਹਦੀ ਵੈਲਿਊ ਕੀ ਆ, ਕੌਨਸਟੈਂਟ ਰਹਿੰਦੀ ਆ, ਚੇਂਜ ਨਹੀਂ ਹੁੰਦੀ। ਤਾਂ V/I ਕਿਹਦੇ ਇਕੁਅਲ R ਕੀ ਆ, ਪ੍ਰਤੀਰੋਧ। ਤਾਂ ਹੁਣ ਇਹ ਆਪਣੇ ਕੋਲ ਕੀ ਕਰ ਰਿਹਾ ਕਿ ਚਾਲਕ ਦਾ ਕੀ ਗਾਉਣਾ ਕਿ ਉਹਦੇ ਵਿੱਚੋਂ ਜਿੰਨਾ ਚਾਰਜ ਪਾਸ ਹੋਊਗਾ ਉਹਨੇ ਕੀ ਕਰਨਾ, ਉਹਦਾ ਵਿਰੋਧ ਕਰਨਾ। ਤੇ ਪ੍ਰਤੀਰੋਧ ਦੀ ਇਕਾਈ ਆਪਣੇ ਕੋਲ ਕੀ ਆ, ਓਮ, ਕਿ ਇਹਨੂੰ ਆਪਾਂ ਕਿਹਦੇ ਵਿੱਚ ਮੇਜਰ ਕਰਦੇ ਆ, ਓਮ ਦੇ ਵਿੱਚ। ਤਾਂ ਹੁਣ ਗ੍ਰੀਕ ਭਾਸ਼ਾ ਦੇ ਅੱਖਰ ਇਹਨੂੰ ਓਮ ਦੇ ਨਾਲ ਆਪਾਂ ਸ਼ੋਅ ਕਰਨਾ। ਹੁਣ R ਦੀ ਵੈਲਿਊ ਕਿੰਨੀ ਆ, V/I। ਜੇ ਹੁਣ ਕਿਸੇ ਵੀ ਚਾਲਕ ਦੇ ਦੋ ਸਿਰਿਆਂ ਦੇ ਵਿਚਕਾਰ ਪੋਟੈਂਸ਼ੀਅਲ ਅੰਤਰ 1 ਵੋਲਟ ਆ ਤੇ ਉਹਦੇ ਵਿੱਚੋਂ ਆਪਾਂ 1 ਐਂਪੀਅਰ ਬਿਜਲੀ ਧਾਰਾ ਪਾਸ ਕਰਾਂਗੇ ਕਿ ਕਿੰਨਾ ਕਰੰਟ ਪਾਸ ਹੋ ਰਿਹਾ, ਉਹਦੇ ਵਿੱਚੋਂ 1 ਐਂਪੀਅਰ, ਕਿੰਨਾ ਪੋਟੈਂਸ਼ੀਅਲ ਅੰਤਰ ਹੈ 1 ਵੋਲਟ, ਤਾਂ ਉਸ ਚਾਲਕ ਦੇ ਲਈ ਪ੍ਰਤੀਰੋਧ ਕਿੰਨਾ ਹੋਊਗਾ, 1 ਓਮ। ਤੇ I ਦੀ ਵੈਲਿਊ ਕਿੰਨੀ ਆ ਜਾਊਗੀ, ਇਹਨੂੰ ਰੀਅਰੇਂਜ ਕਰਾਂਗੇ ਤਾਂ V/R। ਤਾਂ ਕਿਸੇ ਵੀ ਪ੍ਰਤੀਰੋਧ ਦੇ ਵਿੱਚੋਂ ਕਿੰਨਾ ਕਰੰਟ ਪਾਸ ਹੋ ਰਿਹਾ ਉਹ ਉਹਦੇ ਪ੍ਰਤੀਰੋਧ ਦੇ ਉਲਟ ਅਨੁਪਾਤੀ ਆ। ਹੁਣ ਆਪਣੇ ਕੋਲ ਵੈਲਿਊ ਬਣੀ ਆ I = V/R। ਤਾਂ I ਕਿਹਦੇ ਇਨਵਰਸਲੀ ਡਿਪੈਂਡ ਕਰ ਜਾਊਗਾ, 1/R ਦੇ। ਮਤਲਬ ਜੇ ਪ੍ਰਤੀਰੋਧ ਦੀ ਵੈਲਿਊ ਵਧੂਗੀ ਤਾਂ I ਦੀ ਵੈਲਿਊ ਕੀ ਕਰੂਗੀ, ਘਟੂਗੀ, ਕਿਉਂਕਿ ਇਹ ਉਲਟ ਅਨੁਪਾਤੀ ਦੇ ਵਿੱਚ ਨੇ। ਸਰੋਤ ਦੀ ਵੋਲਟਤਾ ਦੇ ਵਿੱਚ ਜੇ ਆਪਾਂ ਕੋਈ ਵੀ ਪਰਿਵਰਤਨ ਕਰਨਾ ਹੈ ਜਾਂ ਨਹੀਂ ਕਰਨਾ, ਹੁਣ ਉਹਦੇ ਲਈ ਆਪਾਂ ਦੇਖਦੇ ਹਾਂ ਕਿ ਜੇ ਸਰੋਤ ਦੀ ਵੋਲਟਤਾ ਦੇ ਵਿੱਚ ਆਪਾਂ ਕੋਈ ਵੀ ਪਰਿਵਰਤਨ ਬਿਨਾਂ ਕੀਤੇ ਬਿਜਲੀ ਧਾਰਾ ਨੂੰ ਨਿਯੰਤਰਿਤ ਕਰਨਾ, ਤਾਂ ਉਹਦੇ ਲਈ ਆਪਾਂ ਨੂੰ ਬਦਲਣ ਪ੍ਰਤੀਰੋਧ ਵਰਤਣਾ ਪੈਂਦਾ। ਬਦਲਣ ਪ੍ਰਤੀਰੋਧ ਆਪਣੇ ਕੋਲ ਕਿਹੜਾ ਸੀਗਾ, ਰਿਓਸਟੈਟ। ਤੇ ਕਿਸੇ ਵੀ ਬਿਜਲੀ ਸਰਕਟ ਦੇ ਵਿੱਚ ਸਰਕਟ ਦੇ ਪ੍ਰਤੀਰੋਧ ਨੂੰ ਬਦਲਣ ਲਈ ਇੱਕ ਯੁਕਤੀ ਦਾ ਉਪਯੋਗ ਕਰਦੇ ਆ ਜਿਸ ਨੂੰ ਰਿਓਸਟੈਟ ਕਹਿੰਦੇ ਹਨ। ਆਪਾਂ ਡਾਇਗਰਾਮ ਦੇ ਵਿੱਚ ਵੀ ਸ਼ੋਅ ਕੀਤਾ ਸੀ ਕਿ ਰਿਓਸਟੈਟ ਆਪਣੇ ਕੋਲ ਕਿਵੇਂ ਆ ਰਿਹਾ ਸੀਗਾ, ਇਸ ਤਰ੍ਹਾਂ ਕਿ ਪਰਿਵਰਤਨਸ਼ੀਲ ਆ, ਫਿਕਸ ਨਹੀਂ ਰਹਿੰਦੀ ਵੈਲਿਊ। ਫਿਰ ਨੈਕਸਟ ਆਪਣੇ ਕੋਲ ਹੈ ਉਹ ਕਾਰਕ ਜਿਨ੍ਹਾਂ ਉੱਤੇ ਕਿਸੇ ਚਾਲਕ ਦਾ ਪ੍ਰਤੀਰੋਧ ਨਿਰਭਰ ਕਰਦਾ ਹੈ ਕਿ ਕਿਹੜੇ ਫੈਕਟਰਸ ਨੇ ਜਿਨ੍ਹਾਂ ਦੇ ਉੱਪਰ ਕੰਡਕਟਰ ਦੀ ਰੈਜ਼ਿਸਟੈਂਸ ਦੀ ਵੈਲਿਊ ਡਿਪੈਂਡ ਕਰਦੀ ਹੈ। ਹੁਣ ਆਪਾਂ ਦੇਖਦੇ ਹਾਂ ਕਿ ਆਹ ਸਾਰਾ ਸਰਕਟ ਜਿਵੇਂ ਆਪਾਂ ਕੀਤਾ ਲਗਾਇਆ ਹੋਇਆ। ਹੁਣ ਜੇ ਇਹਦੇ ਵਿੱਚ ਆਪਾਂ ਇੱਕ ਕੁੰਜੀ ਲਗਾ ਰਹੇ, ਮਤਲਬ ਸਰਕਟ ਨੂੰ ਔਨ ਕਰਦੇ ਹਾਂ, ਤਾਂ ਐਮੀਟਰ ਤੋਂ ਆਪਾਂ ਬਿਜਲੀ ਧਾਰਾ ਨੋਟ ਕਰਨੀ ਕਿ ਕਿੰਨਾ ਕਰੰਟ ਪਾਸ ਹੋ ਰਿਹਾ ਸੀ। ਹੁਣ ਇਸ ਦੇ ਵਿੱਚ ਆਪਾਂ ਕੀ ਕੀਤਾ, ਇੱਕ ਸੈੱਲ ਲਗਾਇਆ ਹੋਇਆ, ਇੱਕ ਐਮੀਟਰ ਆ, ਇੱਕ ਨਾਈਕ੍ਰੋਮ ਦੀ ਤਾਰ ਆ ਜਿਹਦੀ ਲੰਬਾਈ ਕਿੰਨੀ ਆ ਆਪਣੇ ਕੋਲੇ L, ਤੇ ਇੱਕ ਪਲੱਗ ਕੁੰਜੀ ਲਗਾਈ ਹੋਈ ਆ। ਉਹਦੇ ਨਾਲ ਸਾਰਾ ਆਪਣੇ ਕੋਲੇ ਕੀ ਹੋ ਜਾਊ, ਇੱਕ ਸਰਕਟ ਕੰਪਲੀਟ ਹੋ ਜਾਊ। ਹੁਣ ਜਿਹੜੀ ਨਾਈਕ੍ਰੋਮ ਦੀ ਤਾਰ ਆ, ਹੁਣ ਆਪਾਂ ਪਹਿਲਾਂ ਇੱਕ ਤਾਰ ਲਗਾਈ, ਫਿਰ ਇਹਨੂੰ ਬਦਲ ਕੇ ਕੀ ਕਰਨਾ, ਆਪਾਂ ਦੂਜੀ ਤਾਰ ਲਗਾ ਦੇਣੀ ਆ। ਪਰ ਹੁਣ ਕੀ ਕਰਾਂਗੇ, ਜਿਹੜੀ ਦੂਜੀ ਤਾਰ ਲਗਾਈ ਆ ਉਹਦੀ ਮੋਟਾਈ ਬਰਾਬਰ ਹੋਊਗੀ ਪਰ ਲੰਬਾਈ ਦੁੱਗਣੀ ਹੋ ਜਾਊ। ਪਹਿਲਾਂ ਜੇ ਆਪਾਂ ਕਹੀਏ ਕਿ 3 ਸੈਂਟੀਮੀਟਰ ਦੀ ਵਾਇਰ ਯੂਜ਼ ਕੀਤੀ ਹੋਈ ਸੀ, ਮਤਲਬ ਉਹਦੀ ਲੈਂਥ ਦੀ ਵੈਲਿਊ ਕਿੰਨੀ ਸੀ, 3 ਸੈਂਟੀਮੀਟਰ। ਜਦੋਂ ਸੈਕਿੰਡ ਟਾਈਮ ਆਪਾਂ ਗੱਲ ਕੀਤੀ ਤਾਂ ਉਹਦੀ ਲੈਂਥ ਆਪਾਂ ਵਧਾਤੀ, ਉਹਦੇ ਨਾਲ ਦੁੱਗਣੀ ਕਰਤੀ। ਹੁਣ ਕਿੰਨੀ ਹੋ ਗਈ ਉਹਦੀ, 6 ਸੈਂਟੀਮੀਟਰ। ਜਿੰਨੀ ਤਾਰ ਪਹਿਲਾਂ ਮੋਟੀ ਸੀ ਉਨੀ ਹੀ ਤਾਰ ਆਪਾਂ ਹੁਣ ਮੋਟੀ ਲੈ ਰਹੇ ਹਾਂ, ਮਤਲਬ ਸੇਮ ਤਾਰ ਲੈ ਰਹੇ ਹਾਂ, ਸਿਰਫ ਉਹਦੀ ਲੰਬਾਈ ਦੇ ਵਿੱਚ ਚੇਂਜ ਕੀਤਾ। ਉਸ ਤੋਂ ਬਾਅਦ ਫਿਰ ਕੀ ਕਰਾਂਗੇ, ਆਪਾਂ ਐਮੀਟਰ ਦੀ ਪਰਤ ਉਹਦੇ ਉੱਪਰ ਵੈਲਿਊ ਨੂੰ ਨੋਟ ਕਰਾਂਗੇ। ਹੁਣ ਨੈਕਸਟ ਕੇਸ ਦੇ ਵਿੱਚ ਕੀ ਕਰਨਾ ਕਿ ਤਾਰ ਨੂੰ ਬਰਾਬਰ ਲੰਬਾਈ L ਦੇ ਨਾਈਕ੍ਰੋਮ ਦੀ ਮੋਟੀ ਨਾਈਕ੍ਰੋਮ ਤਾਰ, ਜਿਹੜੀ ਆਪਾਂ ਇੱਥੇ ਆ ਸ਼ੋਅ ਕੀਤੀ ਹੋਈ ਕਿ ਲੰਬਾਈ ਹੁਣ ਸੇਮ ਹੋਊਗੀ ਇਹਦੀ, ਪਰ ਹੁਣ ਕੀ ਹੋਊਗੀ, ਉਹਨੇ ਹੋਰ ਜ਼ਿਆਦਾ ਮੋਟਾਈ ਹੋ ਜਾਣੀ, ਇਹਦੀ ਜ਼ਿਆਦਾ ਮੋਟੀ ਤਾਰ ਲੈ ਰਹੇ, ਉਹਦੇ ਨਾਲ ਚੇਂਜ ਕਰ ਦੇਣਾ। ਮਤਲਬ ਹੁਣ ਉਹਦਾ ਕੀ ਖੇਤਰਫਲ ਵੱਧ ਗਿਆ, ਏਰੀਆ ਵੱਧ ਜਾਊਗਾ ਉਹਦਾ। ਜੇ ਏਰੀਆ ਵੱਧ ਗਿਆ ਤਾਂ ਫਿਰ ਆਪਾਂ ਕਰੰਟ ਦੀ ਵੈਲਿਊ ਇਸ ਐਮੀਟਰ ਦੇ ਵਿੱਚ ਨੋਟ ਕਰਨੀ ਆ। ਨੈਕਸਟ ਕੇਸ ਦੇ ਵਿੱਚ ਆਪਾਂ ਇਹਦੀ ਥਾਂ 'ਤੇ ਤਾਂਬੇ ਦੀ ਤਾਰ ਲੈਣੀ ਆ। ਤਾਂ ਇਹ ਤਾਰ ਨਾਈਕ੍ਰੋਮ ਦੀ ਤਾਰ, ਜਿਸ ਉੱਤੇ ਆਪਾਂ ਫਸਟ ਲਿਖਿਆ ਸੀਗਾ, ਦੇ ਬਰਾਬਰ ਲੰਬੀ ਅਤੇ ਸਮਾਨ ਖੇਤਰਫਲ ਦੀ ਹੋਣੀ ਚਾਹੀਦੀ ਹੈ। ਜਿਹੜੀ ਆਪਾਂ ਚੌਥੀ ਯੂਜ਼ ਕੀਤੀ ਹੈ ਤਾਰ, ਸਿਰਫ ਕਿਹਦੇ ਬਦਲਤਾ ਕੀ, ਉਹਦਾ ਮਟੀਰੀਅਲ ਬਦਲਤਾ। ਹੁਣ ਤਾਂਬੇ ਦੀ ਤਾਰ ਲੈਣੀ। ਹੁਣ ਦੇਖਣਾ ਕਿ ਜਿਹੜੀ ਬਿਜਲੀ ਧਾਰਾ ਕਰੰਟ ਦੀ ਵੈਲਿਊ ਆ ਕੀ ਉਹ ਚਾਲਕ ਦੀ ਲੰਬਾਈ ਦੇ ਉੱਪਰ ਡਿਪੈਂਡ ਕਰਦੀ ਹੈ ਜਾਂ ਖੇਤਰਫਲ ਦੇ ਉੱਪਰ ਡਿਪੈਂਡ ਕਰਦੀ। ਤਾਂ ਆਪਾਂ ਕੀ ਨੋਟ ਕੀਤਾ ਕਿ ਜਦੋਂ ਤਾਰ ਦੀ ਲੰਬਾਈ ਨੂੰ ਆਪਾਂ ਦੁੱਗਣੀ ਕਰ ਦਿੰਦੇ ਆ ਤਾਂ ਐਮੀਟਰ ਦੀ ਪਰਤ, ਮਤਲਬ ਇਹਦੇ 'ਤੇ ਜਿਹੜੀ ਵੈਲਿਊ ਉਹ ਅੱਧੀ ਰਹਿ ਜੂਗੀ। ਪਰ ਜੇ ਸਮਾਨ ਪਦਾਰਥ ਅਤੇ ਸਮਾਨ ਲੰਬਾਈ ਦੀ ਤਾਰ ਜੋੜਦੇ ਆ ਤਾਂ ਐਮੀਟਰ ਦੀ ਪਰਤ ਕੀ ਆ, ਵੱਧ ਜਾਂਦੀ। ਤੇ ਐਮੀਟਰ ਦੀ ਪਰਤ ਵਿੱਚ ਕਦੋਂ ਹੋਰ ਅੰਤਰ ਆਉਂਦਾ, ਜਦੋਂ ਸਰਕਟ ਦੇ ਵਿੱਚ ਆਪਾਂ ਅਲੱਗ-ਅਲੱਗ ਪਦਾਰਥਾਂ ਦੀਆਂ ਤਾਰਾਂ ਪਰ ਉਹਨਾਂ ਦੀ ਲੰਬਾਈ ਤੇ ਖੇਤਰਫਲ ਸਮਾਨ ਰੱਖਦੇ ਆ ਤਾਂ ਵੀ ਉਹਦੇ ਵਿੱਚ ਕੀ ਡਿਫਰੈਂਸ ਆ ਜਾਂਦਾ ਹੈ। ਤਾਂ ਹੁਣ ਆਪਣੇ ਕੋਲ ਜਿਹੜੀ ਵੈਲਿਊ ਸੀ ਓਮ ਦੇ ਲਾਅ ਤੋਂ, ਓਮ ਦੇ ਲਾਅ ਨੇ ਕੀ ਡਿਫਾਈਨ ਕੀਤਾ ਸੀਗਾ ਕਿ ਕਿਸੇ ਵੀ ਚਾਲਕ ਦਾ ਪ੍ਰਤੀਰੋਧ
ਉਹ ਕਿਹਦੇ ਉੱਪਰ ਡਿਪੈਂਡ ਕਰੂਗਾ ਕਿ ਚਾਲਕ ਦੀ ਲੰਬਾਈ ਕਿੰਨੀ ਆ, ਤਾਰ ਦੀ ਕਿੰਨੀ ਲੰਬਾਈ ਦਿੱਤੀ ਹੋਈ ਸੀ, ਉਹਦਾ ਖੇਤਰਫਲ ਕਿੰਨਾ ਹੈ, ਉਹਦੀ ਪ੍ਰਕਿਰਤੀ ਕੀ ਹੈ ਕਿ ਪਦਾਰਥ ਕਿਹੜਾ ਲਿਆ ਹੋਇਆ। ਜਿਵੇਂ ਆਪਾਂ ਇਹਦੇ ਵਿੱਚ ਪਦਾਰਥ ਦੋ ਲਏ ਸੀ, ਇੱਕ ਨਾਈਕ੍ਰੋਮ ਦਾ ਤੇ ਇੱਕ ਤਾਂਬੇ ਦਾ। ਤਾਂ ਕਿਸੇ ਵੀ ਧਾਤ ਦੇ ਇੱਕਸਾਰ ਚਾਲਕ ਦਾ ਪ੍ਰਤੀਰੋਧ ਉਸ ਦੀ ਲੰਬਾਈ L ਦੇ ਸਿੱਧਾ ਅਨੁਪਾਤੀ, ਕਿ ਜਿਹੜਾ ਆਪਾਂ ਵੈਲਿਊ ਫਾਈਂਡ ਕਰਨੀ ਚਾਹੁੰਦੇ ਆ, ਪ੍ਰਤੀਰੋਧ ਦੀ ਵੈਲਿਊ ਫਾਈਂਡ ਕਰਨੀ ਆਪਾਂ R ਦੀ, ਉਹ ਕਿਹਦੇ ਡਾਇਰੈਕਟਲੀ ਡਿਪੈਂਡ ਕਰ ਜੂਗਾ, ਉਸ ਤਾਰ ਦੀ ਲੈਂਥ ਕਿੰਨੀ ਸੀ, ਲੰਬਾਈ ਕਿੰਨੀ। ਪਰ ਉਲਟ ਅਨੁਪਾਤੀ ਕਿਹਦੇ ਹੋ ਜਾਊਗਾ, ਉਹਦੇ ਖੇਤਰਫਲ ਦੇ। ਹੁਣ ਦੋਨੋਂ ਇਕੁਏਸ਼ਨ ਨੂੰ ਇਕੱਠਾ ਕਰ ਦਿਓ ਤਾਂ R ਕਿਹਦੇ ਡਿਪੈਂਡ ਕਰ ਗਿਆ, L/A, ਕਿਉਂਕਿ A ਦੇ ਉਲਟ ਅਨੁਪਾਤੀ ਸੀ। ਫਿਰ ਪ੍ਰਪੋਰਸ਼ਨੈਲਿਟੀ ਦੇ ਸਾਈਨ ਹਟਾ ਕੇ ਆਪਾਂ ਬਰਾਬਰ ਦਾ ਸਾਈਨ ਲਗਾਉਣਾ, ਤਾਂ ਨਾਲ ਇੱਕ ਕੌਨਸਟੈਂਟ ਲਗਾਵਾਂਗੇ। ਤਾਂ ਇੱਥੇ ਇੱਕ ਕੌਨਸਟੈਂਟ ਕੀ ਹੈ, ਰੋ, ਇੱਕ ਅਨੁਪਾਤੀ ਸਥਿਰ ਅੰਕ ਆ, ਇਹਨੂੰ ਆਪਾਂ ਕੀ ਨਾਮ ਦਿੰਦੇ ਆ, ਬਿਜਲਈ ਪ੍ਰਤੀਰੋਧਕਤਾ। ਇਹਦੀ SI ਇਕਾਈ ਕੀ ਆ ਆਪਣੇ ਕੋਲੇ, ਓਮ ਮੀਟਰ। ਤਾਂ ਕਿਸੇ ਵੀ ਪਦਾਰਥ ਦਾ ਇੱਕ ਵਿਸ਼ੇਸ਼ ਗੁਣ ਆ, ਜੇ ਆਪਾਂ ਧਾਤਾਂ ਤੇ ਮਿਸ਼ਰਤ ਧਾਤਾਂ ਦੀ ਗੱਲ ਕਰਦੇ ਆ, ਉਹਨਾਂ ਦੇ ਲਈ ਪ੍ਰਤੀਰੋਧਕਤਾ ਬਹੁਤ ਜ਼ਿਆਦਾ ਘੱਟ ਹੁੰਦੀ ਹੈ। ਉਹਦੀ ਵੈਲਿਊ ਕਿੰਨੀ ਆ, 10 ਦੀ ਪਾਵਰ -8 ਓਮ ਮੀਟਰ ਤੋਂ 10 ਦੀ ਪਾਵਰ -6 ਓਮ ਮੀਟਰ। ਰਬੜ ਤੇ ਕੱਚ ਜਿਹੜੀ ਬਿਜਲੀ ਰੋਧੀ ਪਦਾਰਥਾਂ ਦੀ ਪ੍ਰਤੀਰੋਧਕਤਾ, ਉਹਨਾਂ ਦੀਆਂ ਵੈਲਿਊਜ਼ ਕਿੰਨੀਆਂ ਚੇਂਜ ਹੁੰਦੀਆਂ, 10⁻12 to 10⁻17 ਓਮ ਮੀਟਰ। ਹੁਣ ਕਿਸੇ ਵੀ ਪਦਾਰਥ ਦਾ ਪ੍ਰਤੀਰੋਧ ਅਤੇ ਪ੍ਰਤੀਰੋਧਕਤਾ ਦੋਵੇਂ ਹੀ, ਜੇ ਆਪਾਂ ਟੈਂਪਰੇਚਰ ਦੀ ਵੈਲਿਊ ਚੇਂਜ ਕਰਦੇ ਹਾਂ, ਉਹਦੇ ਨਾਲ ਇਹਨਾਂ ਦੀ ਵੈਲਿਊ ਵੀ ਚੇਂਜ ਹੋ ਜਾਊਗੀ। ਹੁਣ ਆਮ ਕਰਕੇ ਆਪਾਂ ਦੇਖਦੇ ਹਾਂ ਕਿ ਜਿਹੜੀਆਂ ਮਿਸ਼ਰਤ ਧਾਤਾਂ ਹੈ, ਉਹਨਾਂ ਦੀ ਪ੍ਰਤੀਰੋਧਕਤਾ ਜਿਨ੍ਹਾਂ ਤੋਂ ਮਿਲਾ ਕੇ ਆਪਾਂ ਇਹ ਧਾਤਾਂ ਤਿਆਰ ਕੀਤੀਆਂ ਸੀ, ਉਹਨਾਂ ਦੇ ਕੰਪੈਰੀਜ਼ਨ ਉਹਨਾਂ ਟਾਕਰੇ ਦੇ ਵਿੱਚ ਜ਼ਿਆਦਾ ਹੁੰਦੀ ਹੈ। ਅਤੇ ਮਿਸ਼ਰਤ ਧਾਤਾਂ ਦਾ ਉਪਯੋਗ ਆਪਾਂ ਕਿੱਥੇ ਕਰਦੇ ਹਾਂ, ਉੱਚ ਤਾਪਮਾਨ ਦੇ ਉੱਪਰ ਇਹਨਾਂ ਦਾ ਛੇਤੀ ਜਲਣ ਨਹੀਂ ਹੁੰਦਾ, ਮਤਲਬ ਆਕਸੀਕਰਨ ਨਹੀਂ ਹੁੰਦਾ। ਇਸੇ ਕਰਕੇ ਹੀ ਮਿਸ਼ਰਤ ਧਾਤਾਂ ਦਾ ਉਪਯੋਗ ਆਪਾਂ ਕਿੱਥੇ ਕਰਦੇ ਹਾਂ, ਬਿਜਲੀ ਦੀਆਂ ਪ੍ਰੈਸਾਂ ਦੇ ਵਿੱਚ, ਟੋਸਟਰ ਦੇ ਵਿੱਚ, ਜਿਹੜੇ ਬਿਜਲੀ ਤਾਪਕ ਯੰਤਰ ਨੇ। ਫਿਰ ਬਿਜਲੀ ਬਲਬ ਦੇ ਫਿਲਾਮੈਂਟ ਆ, ਉਹਨਾਂ ਦੇ ਵਿੱਚ ਆਪਾਂ ਕਿਹਨੂੰ ਯੂਜ਼ ਕਰਦੇ ਹਾਂ, ਟੰਗਸਟਨ ਨੂੰ। ਅਤੇ ਕਾਪਰ ਅਤੇ ਐਲੂਮੀਨੀਅਮ ਦਾ ਉਪਯੋਗ ਆਪਾਂ ਕਿੱਥੇ ਕਰਦੇ ਹਾਂ, ਬਿਜਲੀ ਸੰਚਾਰਨ, ਕਿ ਬਿਜਲੀ ਨੂੰ ਪਾਸ ਕਰਵਾਉਂਦੇ ਹਾਂ ਆਪਾਂ ਉਪਯੋਗ ਹੋਣ ਵਾਲੀਆਂ ਤਾਰਾਂ ਦੇ ਨਿਰਮਾਣ ਦੇ ਵਿੱਚ। ਥੈਂਕ ਯੂ।